सत श्री अकाल प्यारे बच्चों, अज असी करांगे साडी जो बुक है वनगी 10वीं क्लास की, उसका पाठ दूजा अंग संग, जो कि वरियाम सिंह संधू जी द्वारा लिखी हुई है। पंजाबी साहित्य विच लंबी कहानी नूं प्रवानगी हासिल करवाउण वाले कहानीकार वरियाम सिंह संधू का जन्म 10 सितंबर 1945 ईस्वी नूं पिंड चविंडा कला, जिला अमृतसर विच पिता सरदार दीदार सिंह अते माता श्रीमती जोगिंदर कौर के घर होया। वो पंजाबी विषय विच MA MPhil ਹਨ। वो जलंधर स्थित लायलपुर खालसा कॉलेज विच पंजाबी के लैक्चरर रहे ਅਤੇ ਇੱਥੋਂ ही सेवा मुक्त होए, ਇੱਥੋਂ ही रिटायर्ड होए। संधू ने अजोके पेंडू जीवन ਨੂੰ बदलते समाजिक ਤੇ आर्थिक हालात ਵਿੱਚ ਭੋਗਣੇ ਪੈ ਰਹੇ ਦੁਖਾਂਤ ਨੂੰ ਬੜੀ ਹੀ ਸ਼ਿੱਦਤ ਨਾਲ ਚਿਤਰਿਆ। ਉਹਨਾਂ ਨੇ ਜੋ ਅਜੋਕਾ ਅੱਜ ਦਾ ਜੀਵਨ ਹੈ, ਪੇਂਡੂ ਜੀਵਨ ਹੈ, ਉਸ ਦੇ ਬਦਲਦੇ ਸਮਾਜਿਕ ਅਤੇ ਆਰਥਿਕ ਹਾਲਾਤਾਂ ਵਿੱਚ ਜੋ ਦੁੱਖ ਭੋਗ ਰਹੇ ਹਨ, ਉਸ ਦੁਖਾਂਤ ਨੂੰ ਸ਼ਿੱਦਤ ਨਾਲ ਚਿਤਰਿਆ ਹੈ। ਛੋਟੀ ਕਿਰਸਾਨੀ ਨਿਮਨ ਅਤੇ ਮੱਧ ਵਰਗ ਦੇ ਕਿਰਤੀਆਂ ਵੱਲੋਂ ਆਰਥਿਕ ਮੰਦਹਾਲੀ ਭੋਗਣ ਦੇ ਦੁਖਾਂਤ ਨੂੰ ਵੀ ਸੰਧੂ ਨੇ ਬੜੀ ਹੀ ਡੂੰਘਾਈ ਨਾਲ ਬਿਆਨ ਕੀਤਾ ਹੈ। ਸੰਧੂ ਦੀ ਸਾਹਿਤਕ ਰਚਨਾ ਦੀ ਸੂਚੀ ਲੰਮੀ ਹੈ। ਉਸਨੇ 4 ਕਹਾਣੀ ਸੰਗ੍ਰਹਿ ਲਿਖੇ: ਲੋਹੇ ਦੇ ਹੱਥ, ਅੰਗ ਸੰਗ, ਭੱਜੀਆਂ ਬਾਹੀਂ ਅਤੇ ਚੌਥੀ ਕੂਟ। ਸਾਹਿਤ ਅਕਾਦਮੀ ਦਿੱਲੀ ਨੇ ਸੰਧੂ ਨੂੰ ਚੌਥੀ ਕੂਟ ਸੰਗ੍ਰਹਿ ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ। ਇਹਨਾਂ ਤੋਂ ਇਲਾਵਾ ਸੰਧੂ ਨੇ ਸਫ਼ਰਨਾਮੇ, ਇੱਕ ਜੀਵਨੀ ਅਤੇ 3 ਆਲੋਚਨਾ ਦੀਆਂ ਪੁਸਤਕਾਂ ਵੀ ਲਿਖੀਆਂ। ਇਹ ਸੀ ਬੇਟਾ ਸਾਡੇ ਜੋ ਰਾਈਟਰ ਸਨ ਵਰਿਆਮ ਸਿੰਘ ਸੰਧੂ, ਉਹਨਾਂ ਬਾਰੇ ਜਾਣ ਪਛਾਣ। ਹੁਣ ਅਸੀਂ ਜੋ ਸਾਡਾ ਪਾਠ ਹੈ ਅੰਗ ਸੰਗ, ਉਸ ਨੂੰ ਪੜ੍ਹਦੇ ਹਾਂ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸਾਨੀ ਪਰਿਵਾਰ ਹੈ ਜੋ ਜਿਸ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਜੋ ਸਾਰੀ ਜੋ ਜ਼ਿੰਮੇਵਾਰੀ ਹੈ ਉਹ ਵੱਡੇ ਮੁੰਡੇ ਦੇ ਉੱਪਰ ਆ ਜਾਂਦੀ ਹੈ ਅਤੇ ਉਸਨੂੰ ਹੌਲੀ ਹੌਲੀ ਪਤਾ ਚੱਲਦਾ ਹੈ ਕਿ ਉਸਦੇ ਪਿਤਾ ਨੇ ਕਰਜ਼ਾ ਲਿਆ ਹੋਇਆ ਹੈ ਅਤੇ ਕਿਸ ਤਰ੍ਹਾਂ ਉਸਨੇ ਆਪਣੀ ਅਯਾਸ਼ੀ ਵਿੱਚ ਸਾਰੀ ਜ਼ਮੀਨ ਗਹਿਣੇ ਪਾ ਦਿੱਤੀ ਜਾਂ ਫਿਰ ਵੇਚ ਦਿੱਤੀ। ਅੱਜ ਭੋਗ ਪੈ ਗਿਆ ਸੀ, ਇਹ ਉਸਦੇ ਪਿਤਾ ਦੇ ਭੋਗ ਤੋਂ ਕਹਾਣੀ ਸ਼ੁਰੂ ਹੁੰਦੀ ਹੈ। ਅੱਜ ਭੋਗ ਪੈ ਗਿਆ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬਣਾ ਗਏ। ਜੋ ਉਸਦੇ ਨਾਨਕੇ ਸੀ ਉਸਦੇ ਸਿਰ 'ਤੇ ਜ਼ਿੰਮੇਵਾਰੀ ਦੀ ਪੱਗ ਬਣਾ ਗਏ, ਜਿਸ ਨੂੰ ਅਸੀਂ ਰਸਮ ਪਗੜੀ ਕਹਿ ਦਿੰਦੇ ਹਾਂ। ਪਰਿਵਾਰ ਹਨੇਰੀ ਰਾਤ ਵਿੱਚ ਆਪੋ ਆਪਣੀਆਂ ਮੰਜੀਆਂ 'ਤੇ ਲੇਟਿਆ ਹੋਇਆ ਸੀ। ਜੋ ਪਰਿਵਾਰ ਸੀ, ਹਨੇਰੀ ਰਾਤ ਸੀ, ਆਪੋ ਆਪਣੀਆਂ ਮੰਜੀਆਂ 'ਤੇ ਚੁੱਪਚਾਪ ਲੇਟਿਆ ਹੋਇਆ ਸੀ। ਇੱਕ ਚੁੱਪ ਹਨੇਰੇ ਵਾਤਾਵਰਨ ਵਿੱਚ ਤਣੀ ਹੋਈ ਸੀ। ਇੱਕ ਚੁੱਪ ਜੋ ਸੀ ਹਨੇਰੇ ਵਾਤਾਵਰਨ ਵਿੱਚ ਤਣੀ ਹੋਈ ਸੀ, ਫੈਲੀ ਹੋਈ ਸੀ। ਉਹ ਜੋ ਜਾ ਚੁੱਕਾ ਸੀ, ਉਹ ਜੋ ਮਰ ਚੁੱਕਾ ਸੀ, ਉਹ ਅਜੇ ਵੀ ਮੁਸਕਰਾਉਂਦਾ, ਹੱਸਦਾ, ਗੁੱਸੇ ਹੁੰਦਾ, ਰੋਂਦਾ, ਮੱਝਾਂ ਚੋਂਦਾ, ਪੱਠੇ ਕੁਤਰਦਾ, ਡੰਗਰ ਫੋਲਦਾ, ਬੰਨ੍ਹਦਾ, ਉਹਨਾਂ ਨੂੰ ਪਾਣੀ ਪਿਆਉਂਦਾ, ਹਲ ਵਾਹੁੰਦਾ, ਜੀਆਂ ਨੂੰ ਵਰਚਾਉਂਦਾ, ਮਨਾਂ ਨੂੰ ਵਰਚਾਉਂਦਾ, ਮਾਰਦਾ, ਕੁੱਟਦਾ, ਵੱਖ-ਵੱਖ ਰੂਪਾਂ ਵਿੱਚ ਸਾਰੇ ਜੀਆਂ ਦੇ, ਸਾਰੇ ਪਰਿਵਾਰ ਦੇ ਮੈਂਬਰ ਜੋ ਸਨ, ਉਹਨਾਂ ਦੇ ਮਨ ਅੰਦਰ ਚੱਲਦੀ ਫਿਲਮ ਵਾਂਗ ਚਿਹਰੇ ਬਦਲ ਰਿਹਾ ਸੀ। ਉਹ ਚੁੱਪ ਬੁੱਲ੍ਹਾਂ ਨਾਲ ਉਸ ਨਾਲ ਕੀਤੀਆਂ ਗੱਲਾਂ ਦੁਹਰਾ ਰਹੇ ਸਨ। ਉਹ ਚੁੱਪਚਾਪ ਆਪਣੇ ਮਨਾਂ ਵਿੱਚ ਉਸ ਨਾਲ ਕੀਤੀਆਂ ਗੱਲਾਂ ਨੂੰ ਦੁਹਰਾ ਰਹੇ ਸਨ। ਉਹਨਾਂ ਨੂੰ ਲੱਗਦਾ ਸੀ ਕਿ ਜਿਵੇਂ ਉਹ ਗਿਆ ਨਹੀਂ, ਉਹਨਾਂ ਦੇ ਅੰਗ ਸੰਗ ਹੈ, ਉਹਨਾਂ ਦੇ ਨਾਲ ਨਾਲ ਹੈ। ਅੰਗ ਸੰਗ ਦਾ ਮਤਲਬ ਨਾਲ ਨਾਲ ਹੈ। ਇਸੇ ਘਰ ਵਿੱਚ ਉਹਨਾਂ ਦੇ ਕੋਲ ਹੀ ਪਰੇ ਡੰਗਰਾਂ ਕੋਲ ਸੁੱਤਾ ਹੋਇਆ ਹੈ। ਉਹ ਡੰਗਰਾਂ ਕੋਲ ਸੁੱਤਾ ਹੋਇਆ ਅਤੇ ਸ਼ਰਾਬ ਵਿੱਚ ਗੁੱਟ ਹੈ ਅਤੇ ਸ਼ਰਾਬ ਦੇ ਨਸ਼ੇ ਵਿੱਚ ਹੈ। ਅਮਰੀਕ ਜੋ ਸਰਕਾਰੀ ਮੁਲਾਜ਼ਮ ਸੀ, ਉਹ ਇੱਕ ਸਰਕਾਰੀ ਮੁਲਾਜ਼ਮ ਸੀ, ਲੇਟਿਆ ਹੋਇਆ ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ। ਉਹ ਪਿਛਲੇ ਦਿਨਾਂ ਬਾਰੇ ਸੋਚ ਰਿਹਾ ਸੀ, ਜਿਹੜੇ ਦਿਨ ਉਸਦੇ ਪਿਤਾ ਕਰਤਾਰ ਸਿੰਘ ਦੀ ਮੌਤ ਪਿੱਛੋਂ, ਜੋ ਦਿਨ ਸੀ ਉਸਦੇ ਪਿਤਾ ਦੀ ਮੌਤ ਤੋਂ ਪਿੱਛੋਂ ਇੱਕ ਕਾਲੇ ਪਰਛਾਵੇਂ ਵਾਂਗ ਬੁਰਾਈ ਵਾਂਗ ਉਸਦੇ ਪਿੱਛੇ ਉਸਦੇ ਨਾਲ ਤੁਰ ਰਹੇ ਸਨ। ਇਹਨਾਂ ਦਿਨਾਂ ਵਿੱਚ ਉਹ ਆਪਣੀ ਉਮਰ ਨਾਲੋਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ, ਜਿਵੇਂ ਕੂਲੇ ਵਹਿਕੜੇ ਨੂੰ ਹਲੀ ਜੋਤ ਦਿੱਤਾ ਹੋਵੇ। ਵਹਿਕੜਾ ਬੱਛਾ ਅਤੇ ਕੂਲਾ ਨਰਮ ਕੋਮਲ, ਜਿਵੇਂ ਕਿਸੇ ਨਰਮ ਕੋਮਲ ਬੱਚੇ ਨੂੰ ਕਿਸੇ ਹਲ ਵਿੱਚ ਜੋਤ ਦਿੱਤਾ ਹੋਵੇ। ਉਸ ਨੂੰ ਤਾਂ ਅਜੇ ਇਸ ਦਾ ਚਿੱਤ ਚੇਤਾ ਵੀ ਨਹੀਂ ਸੀ, ਉਸਨੂੰ ਹਜੇ ਇਸ ਦਾ ਕੋਈ ਪਤਾ ਨਹੀਂ ਸੀ। ਉਸ ਨੂੰ ਤਾਂ ਛੋਟਾ ਮਹਿੰਦਰ ਲੈਣ ਗਿਆ ਸੀ, ਉਸਦਾ ਛੋਟਾ ਭਰਾ ਮਹਿੰਦਰ ਲੈਣ ਗਿਆ ਸੀ ਅਤੇ ਉਸ ਤੋਂ ਪਤਾ ਲੱਗਾ ਕਿ ਕਰਤਾਰ ਸਿੰਘ ਨੇ ਖਬਰੇ ਰਾਤੀ ਬਹੁਤਾ ਨਸ਼ਾ ਪੀ ਲਿਆ, ਵੀ ਪਤਾ ਨਹੀਂ ਉਸਨੇ ਰਾਤ ਨੂੰ ਬਹੁਤ ਜ਼ਿਆਦਾ ਨਸ਼ਾ ਕਰ ਲਿਆ ਅਤੇ ਖਬਰੇ ਕੋਈ ਵਾਹ ਵੱਜ ਗਈ ਜਾਂ ਉਸਨੂੰ ਕੋਈ ਬਿਮਾਰੀ ਆ ਗਈ। ਸਵੇਰੇ ਜਦੋਂ ਚਾਹ ਬਣਾ ਕੇ ਡੰਗਰਾਂ ਕੋਲ ਸੁੱਤੇ ਅਮਰੀਕ ਦੀ ਮਾਂ ਜਗੀਰ ਕੌਰ ਜਗਾਉਣ ਲਈ
ਗਈ ਤਾਂ ਉਹ ਬੇਹੋਸ਼ ਪਿਆ ਸੀ। ਜਦੋਂ ਉਸਨੂੰ ਕਰਤਾਰ ਸਿੰਘ ਨੂੰ ਜਗਾਉਣ ਲਈ ਅਮਰੀਕ ਦੀ ਮਾਂ ਭਾਵ ਕਰਤਾਰ ਸਿੰਘ ਦੀ ਵਹੁਟੀ ਗਈ ਤਾਂ ਉਹ ਉਸਦਾ ਜੋ ਉਹ ਸੀ ਬੇਹੋਸ਼ ਪਿਆ ਸੀ ਅਤੇ ਸਾਹ ਉਸਦਾ ਘਰੜ ਘਰੜ ਕਰਕੇ ਆ ਰਿਹਾ ਸੀ। ਉਸ ਵੇਲੇ ਪਿੰਡ ਦੇ ਡਾਕਟਰ ਨੂੰ ਬੁਲਾਇਆ ਗਿਆ। ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ। ਉਸ ਦੇ ਜਵਾਬ ਦੇਣ 'ਤੇ ਪਿੰਡ ਦੇ ਡਾਕਟਰ ਨੇ ਜਵਾਬ ਦੇ ਦਿੱਤਾ ਕਿ ਇਹ ਠੀਕ ਨਹੀਂ ਹੈ, ਇਸਨੂੰ ਸ਼ਹਿਰ ਲੈ ਜਾਓ। ਟੈਕਸੀ ਕਰਕੇ ਉਸਨੂੰ ਸ਼ਹਿਰ ਹਸਪਤਾਲ ਲੈ ਜਾਂਦਾ ਅਤੇ ਦੂਜੇ ਦਿਨ ਮਹਿੰਦਰ, ਅਮਰੀਕ ਦੀ ਮਾਂ ਅਤੇ ਅਮਰੀਕ ਤਿੰਨੇ ਕਰਤਾਰ ਸਿੰਘ ਦੀ ਲਾਸ਼ ਸ਼ਾਮ ਦੇ ਘੁਸਮੁਸੇ ਵਿੱਚ ਪਿੰਡ ਲੈ ਕੇ ਆਏ ਅਤੇ ਸ਼ਾਮ ਦੇ ਹਨੇਰੇ ਵਿੱਚ ਉਹ ਪਿੰਡ ਵਿੱਚ ਲਾਸ਼ ਲੈ ਕੇ ਆਏ। ਉਸਦੀ ਵੱਡੀ ਕੁੜੀ ਬੰਸੋ, ਵੱਡੀ ਭੈਣ ਜੋ ਕਿ ਅਮਰੀਕ ਦੀ ਵੱਡੀ ਭੈਣ ਅਤੇ ਕਰਤਾਰ ਦੀ ਵੱਡੀ ਬੇਟੀ ਬੰਸੋ, ਜੋ ਪਿਓ ਦੀ ਬਿਮਾਰੀ ਸੁਣ ਕੇ ਸਹੁਰਿਓਂ ਆ ਗਈ ਸੀ। ਉਹ ਪਹਿਲਾਂ ਹੀ ਆਈ ਹੋਈ ਸੀ। ਪਿਤਾ ਦੀ ਲਾਸ਼ ਆਈ ਸੁਣ ਕੇ ਚੀਕਾਂ ਮਾਰਦੀ ਹੋਈ ਪਿਓ ਦੀ ਲਾਸ਼ 'ਤੇ ਆ ਡਿੱਗੀ। ਉਹ ਆਪਣੇ ਪਿਤਾ ਦੀ ਲਾਸ਼ ਦੇ ਉੱਪਰ ਆ ਕੇ ਰੋਣ ਲੱਗ ਪਈ। ਸਾਰਾ ਪਰਿਵਾਰ ਤਾਹਾ ਮਾਰ ਰਿਹਾ, ਸਾਰਾ ਪਰਿਵਾਰ ਰੋ ਰਿਹਾ ਸੀ। ਲੋਕ ਜੁੜ ਗਏ ਸਨ ਅਤੇ ਉਹ ਸਾਰੀ ਰਾਤ ਉਹਨਾਂ ਦੀ ਰੋਂਦਿਆਂ ਗੁਜ਼ਰੀ ਅਤੇ ਉਹਨਾਂ ਦੀ ਇਹ ਸਾਰੀ ਰਾਤ ਸੀ ਜੋ ਰੋਂਦਿਆਂ ਹੋਇਆ ਗੁਜ਼ਰੀ। ਸਵੇਰ ਨੂੰ ਦੂਜੀ ਕੁੜੀ ਵੀ ਸਹੁਰਿਆਂ ਤੋਂ ਆ ਗਈ ਅਤੇ ਦੂਜੀ ਭੈਣ ਵੀ ਉਸਦੀ ਆ ਗਈ ਅਤੇ ਹੋਰ ਰਿਸ਼ਤੇਦਾਰਾਂ ਦੇ ਆਉਣ 'ਤੇ ਕਰਤਾਰ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਅਤੇ ਕਰਤਾਰ ਸਿੰਘ ਦਾ ਜੋ ਸੀ ਸੰਸਕਾਰ ਕਰ ਦਿੱਤਾ। ਅਮਰੀਕ ਸਿਆਂ, ਫਿਕਰ ਨਾ ਕਰ। ਉਹਨਾਂ ਵਿੱਚੋਂ ਜੋ ਪਿੰਡ ਦੇ ਲੋਕ ਸਨ, ਸਿਆਣਾ ਜਿਹਾ ਆਦਮੀ ਸੀ, ਉਹ ਉਸਨੂੰ ਕਹਿੰਦਾ ਹੈ ਕਿ ਅਮਰੀਕ ਤੂੰ ਫਿਕਰ ਨਾ ਕਰ, ਜੋ ਆਇਆ ਹੈ ਉਸਨੇ ਚੱਲ ਸੀ, ਜੋ ਆਇਆ ਸੋ ਚੱਲ ਸੀ, ਜੋ ਆਇਆ ਹੈ ਉਸਨੇ ਜਾਣਾ ਹੈ। ਮਹਾਰਾਜ 'ਚ ਲਿਖਿਆ, ਮਹਾਰਾਜ 'ਚ ਲਿਖਿਆ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ। ਜੱਗ ਚੱਲਣੀ ਸਰਾਹ ਹੈ, ਜੋ ਜੱਗ ਹੈ ਉਹ ਚੱਲਣੀ ਧਰਮਸ਼ਾਲਾ ਹੈ। ਇਹਨੂੰ ਲੈ ਬੈਠੇ ਉਹਦੇ ਵੈਲ, ਉਹਨੂੰ ਲੈ ਬੈਠੇ ਵੀ ਤੇਰਾ ਜੋ ਪਿਤਾ ਸੀ ਉਸਨੂੰ ਉਸਦੇ ਵੈਲ ਲੈ ਬੈਠੇ, ਉਸਦੇ ਵੈਲਾਂ ਨੇ ਉਸਨੂੰ ਮਾਰ ਦਿੱਤਾ। ਵੈਲ ਮਤਲਬ ਉਸਨੂੰ ਨਸ਼ਿਆਂ ਦੀ ਆਦਤ ਸੀ। ਨਹੀਂ ਤਾਂ ਸਾਡੇ ਤਾਂ ਉਹ ਹੱਥਾਂ 'ਚ ਜੰਮਿਆ ਕਿ ਉਹ ਸਾਡੇ ਹੱਥਾਂ ਵਿੱਚ ਪਲਿਆ। ਉਹ ਬਜ਼ੁਰਗ ਆਦਮੀ ਕਹਿੰਦਾ ਹੈ ਕਿ ਨਹੀਂ ਤਾਂ ਉਹ ਸਾਡੇ ਹੱਥਾਂ ਵਿੱਚ ਹੀ ਜੰਮਿਆ ਸਹੀ, ਮਰਿਆ ਨਾਲ ਨਹੀਂ ਮਰਿਆ ਜਾਂਦਾ। ਉਹ ਕਹਿੰਦਾ ਕਿ ਜੋ ਮਰ ਗਿਆ ਉਸ ਨਾਲ ਮਰਿਆ ਤਾਂ ਨਹੀਂ ਜਾਂਦਾ। ਹੀਰਿਆ, ਉਹ ਅਮਰੀਕ ਨੂੰ ਹੀਰਿਆ ਕਹਿੰਦਾ ਹੈ, ਹੁਣ ਤਾਂ ਸ਼ੇਰਾ ਟੱਬਰ ਦਾ ਭਾਰ ਸਿਰ ਹੈ ਤੇਰੇ ਸਿਰ 'ਤੇ ਟੱਬਰ ਦਾ ਭਾਰ ਹੈ, ਤੇਰੇ ਪਰਿਵਾਰ ਦਾ ਭਾਰ ਹੈ। ਮਰਦ ਬਣ ਕੇ ਜ਼ਿੰਮੇਵਾਰੀ ਸੰਭਾਲ ਲਈ, ਵੀ ਤੂੰ ਮਰਦ ਬਣ ਕੇ ਆਪਣੀ ਜ਼ਿੰਮੇਵਾਰੀ ਨੂੰ ਸੰਭਾਲ ਲਈ। ਇਸ ਜ਼ਿੰਮੇਵਾਰੀ ਤੇ ਫਰਜ਼ ਦੇ ਅਹਿਸਾਸ ਨੇ ਉਸਨੂੰ ਇੱਕ ਤਰ੍ਹਾਂ ਵੱਲ ਪਾ ਲਿਆ ਸੀ, ਉਸਨੂੰ ਇੱਕ ਤਰ੍ਹਾਂ ਲਪੇਟ ਲਿਆ ਸੀ। ਉਸਨੂੰ ਇਹ ਲੱਗ ਰਿਹਾ ਸੀ ਕਿ ਜੋ ਇਹ ਜ਼ਿੰਮੇਵਾਰੀ ਤੇ ਫਰਜ਼ ਹੈ ਉਸਦਾ ਅਹਿਸਾਸ ਉਸਨੂੰ ਆਪਣੇ ਬਲੇਟੇ ਵਿੱਚ ਲੈ ਰਿਹਾ ਹੈ, ਉਸਨੂੰ ਲਪੇਟ ਰਿਹਾ ਹੈ। ਨਾਗ ਵਾਂਗੂ ਉਸਨੂੰ ਇਹ ਲੱਗਦਾ ਸੀ ਜਿਵੇਂ ਕਿਸੇ ਸੱਪ ਨੇ ਉਸਨੂੰ ਉਸਦੇ ਪੈਰਾਂ ਨੂੰ ਜਕੜ ਲਿਆ ਹੈ। ਇਸ ਨਾਗ ਦਾ ਪਹਿਲਾ ਡੰਗ ਉਸਨੂੰ ਉਦੋਂ ਵੱਜਾ ਹੈ, ਜੋ ਇਹ ਸੱਪ ਸੀ ਉਸਦਾ ਨਾਗ ਸੀ, ਉਸਦਾ ਪਹਿਲਾ ਡੰਗ ਉਸਨੂੰ ਉਦੋਂ ਵੱਜਾ ਜਦੋਂ ਸੁਸਾਇਟੀ ਦਾ ਇੰਸਪੈਕਟਰ ਕਰਤਾਰ ਸਿੰਘ ਦੀ ਮੌਤ ਤੋਂ 8ਵੇਂ ਦਿਨ ਉਹਨਾਂ ਦੇ ਘਰ ਬੈਠਣ ਆਇਆ। ਪਿੱਛੋਂ ਆਪਣੇ ਅਮਲੇ ਸਮੇਤ ਜੀਪ 'ਤੇ ਆਇਆ, ਅਮਲੇ ਸਮੇਤ ਆਪਣੇ ਜੋ ਸਟਾਫ ਸਮੇਤ ਜੀਪ 'ਤੇ ਆਇਆ ਅਤੇ ਉਸਦੇ ਪਿਓ ਦੀ ਮੌਤ ਦਾ ਅਫਸੋਸ ਕਰਨ ਪਿੱਛੋਂ ਉਸਦੀ ਅਫਸੋਸ ਕੀਤਾ ਕਰਤਾਰ ਸਿੰਘ ਦੀ ਮੌਤ ਦਾ ਅਤੇ ਰਜਿਸਟਰ ਫਰੋਲ ਕੇ 1650 ਰੁਪਏ ਖਾਦ ਦੇ ਕਰਜ਼ੇ ਵਜੋਂ ਉਹਦੇ ਪਿਓ ਦੇ ਨਾਂ 'ਤੇ ਦੱਸਦਿਆਂ ਕਿਹਾ ਕਿ ਇਹ ਪੈਸੇ ਉਹਨਾਂ ਦੇ ਮਰਨ ਤੋਂ ਪਿੱਛੋਂ ਕਾਨੂੰਨ ਅਨੁਸਾਰ ਇੱਕ ਮੁਸ਼ਤ ਕਿਸ਼ਤ ਵਿੱਚ ਕਿ ਉਸਨੇ ਤੁਹਾਨੂੰ ਇਹ ਜੋ ਕਿਸ਼ਤ ਹੈ ਯਕਮੁਸ਼ਤ ਜਮ੍ਹਾਂ ਕਰਾਉਣੇ ਪੈਣਗੇ, ਇੱਕੋ ਹੀ ਕਿਸ਼ਤ ਵਿੱਚ ਜਮ੍ਹਾਂ ਕਰਾਉਣੇ ਪੈਣਗੇ। ਅਤੇ ਅਮਰੀਕ ਨੂੰ ਅੱਗੋਂ ਕੁਝ ਔਹੜ ਨਹੀਂ ਸੀ ਰਿਹਾ, ਉਸਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ। ਕੁਝ ਮੌਲਤ ਜਾਂ ਰਿਆਇਤ ਮੰਗਣ 'ਤੇ ਉਸਨੇ ਜਦੋਂ ਮੌਲਤ ਜਾਂ ਰਿਆਇਤ ਮੰਗੀ ਤਾਂ ਉਸਨੇ ਜੋ ਇੰਸਪੈਕਟਰ ਸੀ ਉਸਨੇ ਕਿਹਾ ਕਿ ਤੁਸੀਂ ਉਹ 2 ਕਿਸ਼ਤਾਂ ਵਿੱਚ ਪੈਸੇ ਚੁੱਕਦੇ ਕਰ ਦੇਵੋ, ਕਿ ਤੁਸੀਂ 2 ਕਿਸ਼ਤਾਂ ਵਿੱਚ ਪੈਸੇ ਦੇ ਦੇਣਾ ਅਤੇ ਜੋ ਪਹਿਲੀ ਕਿਸ਼ਤ ਹੈ ਨਾ ਉਸਨੇ ਜੋ ਪਹਿਲੀ ਕਿਸ਼ਤ ਹੈ 15 ਦਿਨਾਂ ਦੀ ਮੌਲਤ ਦਿੱਤੀ ਪਹਿਲੀ ਕਿਸ਼ਤ ਲਈ, ਕਿ ਪਹਿਲੀ ਕਿਸ਼ਤ ਤੁਸੀਂ 15 ਦਿਨਾਂ ਬਾਅਦ ਦੇ ਦੇਣਾ ਅਤੇ ਫਿਰ ਉਸ ਤੋਂ ਬਾਅਦ ਦੇ ਦੇਣਾ ਦੂਸਰੀ ਕਿਸ਼ਤ। ਇਹ ਰਿਆਇਤ ਵੀ ਉਹ ਮੁਲਾਜ਼ਮ ਭਰਾ ਹੋਣ ਦੇ ਨਾਤੇ ਕਰ ਗਿਆ, ਵੀ ਉਹ ਮੁਲਾਜ਼ਮ ਉਹ ਵੀ ਸਰਕਾਰੀ ਨੌਕਰੀ 'ਤੇ ਸੀ ਅਤੇ ਅਮਰੀਕ ਵੀ ਸਰਕਾਰੀ ਨੌਕਰੀ 'ਤੇ ਸੀ, ਇਸ ਲਈ ਉਹ ਇਹ ਰਿਆਇਤ ਕਰ ਗਿਆ ਜਾਂ ਇਹ ਛੋਟ ਦੇ ਗਿਆ। ਛੋਟਾ ਮਹਿੰਦਰ ਕੋਈ ਬਹੁਤਾ ਸਾਊ ਨਹੀਂ ਸੀ ਨਿਕਲਿਆ। ਜੋ ਛੋਟਾ ਭਰਾ ਸੀ ਉਹ ਵੀ ਕੋਈ ਕੰਮਕਾਜ ਨਹੀਂ ਸੀ ਕਰਦਾ। ਉਸਦਾ ਵਾਹੀ ਵੱਲ ਕੋਈ ਧਿਆਨ ਨਹੀਂ ਸੀ, ਖੇਤੀ ਵੱਲ ਕੋਈ ਧਿਆਨ ਨਹੀਂ ਸੀ। ਡੰਗਰ ਧੁੱਪੇ ਸੜਦੇ ਰਹਿੰਦੇ ਸਨ ਅਤੇ ਉਹ ਹਜ਼ਾਰੀ ਟੁੰਡੇ ਦੇ ਕੋਠੇ 'ਤੇ ਉੱਡਦੇ ਕਬੂਤਰਾਂ ਨੂੰ ਅਸਮਾਨ 'ਤੇ ਨਜ਼ਰ ਕੱਢੀ ਵੇਖਦਾ ਰਹਿੰਦਾ ਸੀ। ਉਸਦਾ ਧਿਆਨ ਕਬੂਤਰਾਂ ਵੱਲ ਸੀ, ਕਬੂਤਰਾਂ ਨੂੰ ਦੇਖਦਾ ਰਹਿੰਦਾ ਸੀ। ਪਿਓ ਨੂੰ ਵੀ ਅੱਗੋਂ ਸਿੱਧਾ ਨਹੀਂ ਸੀ ਪੈਂਦਾ, ਉਹ ਆਪਣੇ ਪਿਓ ਨਾਲ ਵੀ ਸਿੱਧੀ ਤਰ੍ਹਾਂ ਗੱਲ ਨਹੀਂ ਸੀ ਕਰਦਾ।
ਉਸ ਤੋਂ ਮੋਢੇ ਨਾਲ ਮੋਢਾ ਜੋੜ ਕੇ ਸੰਕਟ ਵਿੱਚੋਂ ਲੰਘ ਜਾਣ ਦੀ ਬਹੁਤੀ ਆਸ ਨਹੀਂ ਸੀ। ਅਮਰੀਕ ਨੂੰ ਉਸ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਸੰਕਟ ਵਿੱਚੋਂ ਨਿਕਲ ਜਾਵਾਂਗੇ ਜਾਂ ਮਦਦਗਾਰ ਹੋਏ ਬਣੇਗਾ ਉਹ ਮੇਰਾ, ਇਸ ਦੀ ਕੋਈ ਆਸ ਨਹੀਂ ਸੀ। ਅਤੇ ਉਸ ਤੋਂ ਛੋਟੀ ਕੁੜੀ ਅਜੇ 7ਵੀਂ ਵਿੱਚ ਪੜ੍ਹਦੀ ਸੀ, ਜੋ ਮਹਿੰਦਰ ਤੋਂ ਛੋਟੀ ਸੀ, ਉਹ ਅਜੇ 7ਵੀਂ ਵਿੱਚ ਸੀ। ਅਮਰੀਕ ਨੇ ਸੋਚਿਆ ਕਿ ਸ਼ੁਕਰ ਰੱਬ ਦਾ, ਕਰਤਾਰ ਸਿੰਘ 2 ਵੱਡੀਆਂ ਕੁੜੀਆਂ ਹੱਥੀਂ ਵਿਆਹ ਗਿਆ, ਕਿ ਉਸਦਾ ਜੋ ਪਿਤਾ ਸੀ ਉਹ 2 ਵੱਡੀਆਂ ਕੁੜੀਆਂ ਨੂੰ ਆਪਣੇ ਹੱਥੀਂ ਵਿਆਹ ਗਿਆ, ਨਹੀਂ ਤਾਂ ਉਸਨੇ ਲੰਮਾ ਸਾਹ ਲਿਆ, ਉਸਨੇ ਲੰਮਾ ਹੋਕਾ ਲਿਆ ਇਹ ਸੋਚ ਕੇ ਚੰਗਾ ਸੀ ਜਾਂ ਮਾੜਾ, ਭਾਵੇਂ ਸ਼ਰਾਬ ਪੀਂਦਾ ਸੀ, ਭਾਵੇਂ ਅਫੀਮ ਖਾਂਦਾ ਸੀ। ਅਮਰੀਕ ਨੂੰ ਤਾਂ ਪਿਓ ਦੇ ਜਿੰਦਿਆਂ ਪਰਿਵਾਰ ਦਾ ਕੋਈ ਫਿਕਰ ਨਹੀਂ ਸੀ ਵੀ ਉਹ ਚਾਹੇ ਜਿਹੋ ਜਿਹਾ ਵੀ ਸੀ, ਉਹ ਪਰਿਵਾਰ ਦਾ ਬੋਝ ਸੀ, ਜੋ ਪਰਿਵਾਰ ਦਾ ਖਰਚਾ ਸੀ ਉਹ ਚੱਕੀ ਜਾ ਰਿਹਾ ਸੀ, ਕਿਉਂਕਿ ਅਮਰੀਕ ਨੂੰ ਕੋਈ ਫਿਕਰ ਨਹੀਂ ਸੀ ਉਸਦੇ ਸਿਰ 'ਤੇ। ਉਹ ਤਾਂ ਮਹੀਨੇ ਪਿੱਛੋਂ ਅੱਧੀ ਤਨਖਾਹ ਆਪਣੇ ਵਰਤਣ ਲਈ ਰੱਖ ਕੇ ਅਤੇ ਅੱਧੀ ਤਨਖਾਹ ਆਪਣੀ ਮਾਂ ਦੇ ਹੱਥ 'ਤੇ ਲਿਆ ਰੱਖਦਾ ਸੀ। ਤਨਖਾਹ ਨਾਲ ਤੇ ਮਾੜੀ ਚੰਗੀ ਵਾਹੀ ਨਾਲ ਉਹ ਘਰ ਦਾ ਸਾਰਾ ਖਰਚ ਤੋਰੀ ਫਿਰਦੇ ਸਨ, ਚਾਹੇ ਤਨਖਾਹ ਨਾਲ, ਚਾਹੇ ਉਹ ਘਰ ਦੀ ਜੋ ਵਾਹੀ ਕਰਦੇ ਸੀ ਉਸ ਨਾਲ ਆਪਣੇ ਘਰ ਦਾ ਖਰਚਾ ਜੋ ਸੀ ਤੋਰੀ ਜਾ ਰਹੇ ਸੀ, ਗੁਜ਼ਾਰਾ ਕਰੀ ਜਾ ਰਹੇ ਸੀ। ਅਮਰੀਕ ਨੇ ਕਦੇ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਕਿ ਘਰ ਦਾ ਸਾਰਾ ਗੁਜ਼ਾਰਾ ਕਿਵੇਂ ਚੱਲ ਰਿਹਾ। ਉਸਨੇ ਕਦੇ ਵੀ ਇਹ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਡੂੰਘਾਈ ਵਿੱਚ ਜਾ ਕੇ ਕਿ ਘਰ ਦਾ ਖਰਚਾ ਕਿਵੇਂ ਚੱਲ ਰਿਹਾ। ਦਰਅਸਲ ਉਹਨੂੰ ਪਿਓ ਦੇ ਸ਼ਰਾਬ ਪੀਣ ਅਤੇ ਅਫੀਮ ਖਾਣ ਨਾਲ ਇੱਕ ਤਰ੍ਹਾਂ ਦੀ ਚਿੜ ਜਿਹੀ ਸੀ। ਉਸਨੂੰ ਆਪਣੇ ਪਿਤਾ ਦੇ ਸ਼ਰਾਬ ਪੀਣ ਅਤੇ ਅਫੀਮ ਖਾਣ ਨਾਲ ਇੱਕ ਚਿੜ ਸੀ, ਗੁੱਸਾ ਸੀ। ਜੋ ਮਰਜ਼ੀ ਕਰੇ ਮੇਰੇ ਵੱਲੋਂ, ਉਸਨੇ ਕਿਹਾ ਕਿ ਉਹ ਕੁਛ ਮਰਜ਼ੀ ਕਰੇ ਮੇਰੇ ਵੱਲੋਂ, ਉਹਦਾ ਕੁਝ ਇੰਝ ਦਾ ਰਵੱਈਆ ਸੀ, ਉਸਦਾ ਇਸ ਤਰ੍ਹਾਂ ਦਾ ਕੁਝ ਰਵੱਈਆ ਸੀ ਆਪਣੇ ਪਿਓ ਪ੍ਰਤੀ। ਉਹ ਅੰਦਰੋਂ ਅੰਦਰੀ ਪਿਓ ਤੋਂ ਦੂਰ ਨਾ ਹੁੰਦਾ, ਉਹ ਅੰਦਰੋਂ ਅੰਦਰੀ ਆਪਣੇ ਬਾਪ ਤੋਂ ਦੂਰ ਨਾ ਹੁੰਦਾ। ਖਬਰੇ ਉਹਨੂੰ ਪਿਆਰ ਕਰਦਾ, ਕੀ ਪਤਾ ਉਸਨੂੰ ਪਿਆਰ ਕਰਦਾ, ਸਮਝਾਉਂਦਾ, ਅਤੇ ਉਹ ਇਸ ਹੱਦ ਤੱਕ ਨਾ ਵੱਧਦਾ ਵੀ ਉਸਦਾ ਜੋ ਪਿਤਾ ਸੀ ਉਹ ਇੰਨਾ ਜ਼ਿਆਦਾ ਸ਼ਰਾਬੀ ਜਾਂ ਅਫੀਮ ਖਾਣ ਵਾਲਾ ਇਤਨਾ ਵੈਲੀ ਨਾ ਬਣਦਾ, ਜਿਸ ਹੱਦ ਨੂੰ ਲੰਘ ਕੇ ਉਹ ਸ਼ਰਾਬ ਵਿੱਚ ਰੁੜ ਗਿਆ, ਜਿਸ ਹੱਦ ਨੂੰ ਲੰਘ ਕੇ ਉਹ ਸ਼ਰਾਬ ਵਿੱਚ ਰੁੜ ਕੇ ਵੀ ਸਮਝੋ ਸ਼ਰਾਬ ਦੀ ਲੱਤ ਇੰਨੀ ਜ਼ਿਆਦਾ ਲਗਾ ਲਈ ਕਿ ਉਹ ਮਰ ਗਿਆ। ਉਹਨੂੰ ਆਪਣਾ ਆਪ ਵੀ ਆਪਣੇ ਪਿਓ ਦੀ ਮੌਤ ਦਾ ਇੱਕ ਕਾਰਨ ਲੱਗ ਰਿਹਾ ਸੀ। ਉਹਨੂੰ ਲੱਗ ਰਿਹਾ ਸੀ ਕਿ ਉਸਨੇ ਆਪਣੇ ਪਿਤਾ ਨਾਲ ਗੱਲ ਨਹੀਂ ਕੀਤੀ, ਉਸ ਨਾਲ ਕਿਨਾਰਾ ਕਰ ਲਿਆ, ਇਸ ਕਾਰਨ ਉਸਦਾ ਪਿਤਾ ਮਰ ਗਿਆ। ਉਹਦੀਆਂ ਅੱਖਾਂ ਵਿੱਚ ਪਾਣੀ ਤੁਰ ਆਇਆ, ਹੁਣ ਉਸਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਸਨੇ ਅੱਖਾਂ ਘੁੱਟ ਕੇ ਮੀਚੀਆਂ, ਅੱਖਾਂ ਨੂੰ ਬੰਦ ਕੀਤਾ, ਫਿਰ ਖੋਲ੍ਹੀਆਂ। ਅੱਖਾਂ ਵਿਚਲੇ ਪਾਣੀ ਕਰਕੇ ਅਸਮਾਨ ਦੇ ਤਾਰੇ ਵੀ ਧੁੰਦਲੇ ਹੋ ਗਏ। ਉਸਦੀ ਅੱਖਾਂ ਵਿਚਲੇ ਪਾਣੀ ਕਰਕੇ ਉਸਨੂੰ ਅਸਮਾਨ ਦੇ ਤਾਰੇ ਵੀ ਧੁੰਦਲੇ ਨਜ਼ਰ ਆਉਣ ਲੱਗੇ। ਕਈ ਸਾਲਾਂ ਤੋਂ ਪਿਓ ਨਾਲ ਘੁੱਟਿਆ ਰਹਿੰਦਾ ਸੀ, ਖਿੱਚਿਆ ਰਹਿੰਦਾ ਸੀ, ਤਣਾਅਗ੍ਰਸਤ ਰਹਿੰਦਾ ਸੀ ਆਪਣੇ ਪਿਓ ਨਾਲ। ਉਹਨਾਂ ਇੱਕ ਦੂਜੇ ਨਾਲ ਕਦੀ ਘੱਟ ਵੱਧ ਹੀ ਦਿਲ ਦੀ ਗੱਲ ਕੀਤੀ ਸੀ। ਉਸਨੇ ਆਪਣੇ ਪਿਤਾ ਨਾਲ ਬਹੁਤ ਘੱਟ ਹੀ ਆਪਣੇ ਦਿਲ ਦੀ ਗੱਲ ਕੀਤੀ ਸੀ। ਉਸਨੂੰ ਕਈ ਅਜਿਹੇ ਪਿਓ ਪੁੱਤਾਂ ਦਾ ਖਿਆਲ ਆਇਆ ਜੋ ਇੱਕ ਦੂਜੇ ਨਾਲ ਦੋਸਤਾਂ ਵਾਂਗ ਰਹਿੰਦੇ ਸਨ। ਉਸਨੂੰ ਕੁਝ ਅਜਿਹੇ ਜੋ ਪਿਓ ਪੁੱਤ ਸਨ ਉਹਨਾਂ ਦੀ ਖਿਆਲ ਆਇਆ ਜੋ ਇੱਕ ਦੂਜੇ ਨਾਲ ਦੋਸਤਾਂ ਵਾਂਗ ਰਹਿੰਦੇ ਸਨ ਅਤੇ ਹੱਸਦੇ ਸਨ, ਪਿਆਰ ਕਰਦੇ ਸਨ, ਗੱਲਾਂ ਕਰਦੇ ਸਨ। ਉਹ ਵੀ ਤਾਂ ਇੰਝ ਕਰ ਸਕਦਾ ਸੀ, ਉਹ ਕਹਿੰਦਾ ਹੈ ਕਿ ਉਹ ਵੀ ਤਾਂ ਇੰਝ ਕਰ ਸਕਦਾ ਸੀ, ਪਰ ਉਹ ਕੁਝ ਵੀ ਨਹੀਂ ਸੀ ਕਰ ਸਕੇ ਅਤੇ ਉਹਦਾ ਪਿਓ ਤੁਰ ਗਿਆ, ਵੀ ਉਸਦਾ ਪਿਓ ਜੋ ਸੀ ਉਹ ਮਰ ਗਿਆ ਛੋਟੀ ਉਮਰੇ ਵਿੱਚ ਹੀ। 45 ਸਾਲ ਦੀ ਕੋਈ ਉਮਰ ਹੁੰਦੀ ਹੈ, ਉਸਦੇ ਜੋ ਪਿਤਾ ਦੀ ਉਮਰ ਹੈ ਉਹ 45 ਸਾਲ ਹੈ, 45 ਈਅਰ, ਅਤੇ ਉਹ ਇੰਨੀ ਛੋਟੀ ਉਮਰ ਵਿੱਚ ਹੀ ਤੁਰ ਗਿਆ। ਉਹਦੇ ਅੰਦਰ ਭਰਵੀਂ ਰੀਝ ਜਾਗੀ, ਉਸਦੇ ਅੰਦਰ ਇੱਕ ਰੀਝ ਜਾਗੀ, ਕਾਸ਼ ਕਿਤੇ ਉਹਦਾ ਪਿਓ ਜਿਉਂਦਾ ਹੋ ਜਾਵੇ, ਕਿ ਕਾਸ਼ ਉਸਦਾ ਪਿਤਾ ਜੋ ਹੈ ਵਾਪਸ ਆ ਜਾਵੇ, ਜਿਉਂਦਾ ਹੋ ਜਾਵੇ, ਅਤੇ ਉਹ ਉਸ ਨਾਲ ਇੰਨਾ ਪਿਆਰ ਕਰੇ ਅਤੇ ਉਹ ਦੂਰ ਬਚਪਨ ਵਿੱਚ ਗੁਆਚ ਗਿਆ, ਅਤੇ ਉਹ ਆਪਣੇ ਬਚਪਨ ਵਿੱਚ ਗੁਆਚ ਗਿਆ ਇਹ ਸੋਚਦਾ। ਨਿੱਕੀ ਨਿੱਕੀ ਦਾੜ੍ਹੀ ਵਾਲਾ ਉਹਦਾ ਪਿਓ ਉਸਨੂੰ ਪਹਿਲੀ ਜਮਾਤ ਵਿੱਚ ਦਾਖਲ ਕਰਾਉਣ ਗਿਆ ਸੀ ਤਾਂ ਮਾਸਟਰ ਮੁਲਕ ਰਾਜ ਨੇ ਅਮਰੀਕ ਨੂੰ ਉਹਦੀ ਪਿੱਠ ਥਾਪੜਦਿਆਂ ਕਹਿ ਰਿਹਾ ਸੀ। ਉਸਨੂੰ ਜਦੋਂ ਉਸਦੇ ਬਚਪਨ ਵਾਲੀ ਗੱਲ ਯਾਦ ਆਉਂਦੀ ਹੈ ਕਿ ਜਦੋਂ ਉਸਦਾ ਪਿਤਾ ਨਿੱਕੀ ਨਿੱਕੀ ਦਾੜ੍ਹੀ ਵਾਲਾ ਉਸਨੂੰ ਪਹਿਲੀ ਜਮਾਤ ਵਿੱਚ, ਪਹਿਲੀ ਕਲਾਸ ਵਿੱਚ ਦਾਖਲ ਕਰਾਉਣ ਗਿਆ ਸੀ ਤਾਂ ਮਾਸਟਰ ਜੋ ਮੁਲਕ ਰਾਜ ਸੀ ਉਸਨੇ ਅਮਰੀਕ ਉਹਦੀ ਪਿੱਠ ਨੂੰ ਥਪਾਉਂਦਿਆਂ ਕਿਹਾ, ਆਹ ਵੇਖ ਤੇਰੇ ਜਿੱਡੇ ਸਾਰੇ ਮੁੰਡੇ, ਵੀ ਤੇਰੇ ਜਿੱਡੇ ਸਾਰੇ ਮੁੰਡੇ, ਉਹ ਵੇਖ ਖੁਸ਼ੀਏ ਦਾ ਮੁੰਡਾ ਤੇਰੇ ਤੋਂ ਵੀ ਛੋਟਾ, ਵੀ ਉਹ ਖੁਸ਼ੀਏ ਦਾ ਮੁੰਡਾ ਉਹ ਤੇਰੇ ਤੋਂ ਵੀ ਛੋਟਾ ਹੈ। ਓਏ ਮੁੰਡਿਓ, ਅਮਰੀਕੇ ਦਾ ਪਿਓ ਵੀ ਮੇਰੇ ਕੋਲ ਪੜ੍ਹਦਾ ਰਿਹਾ ਹੈ। ਉਸਨੇ ਕਿਹਾ ਕਿ ਜੋ ਅਮਰੀਕ ਹੈ, ਅਮਰੀਕ ਨੂੰ ਉਹ ਅਮਰੀਕਾ ਕਹਿ ਰਿਹਾ, ਅਮਰੀਕੇ ਦਾ ਪਿਓ ਵੀ ਮੇਰੇ ਕੋਲ ਪੜ੍ਹਦਾ ਰਿਹਾ ਜੇ, ਅਤੇ ਹੁਣ ਅਮਰੀਕ ਸੋ ਸਰਦਾਰ ਵੀ ਪੜ੍ਹਿਆ ਕਰੂ, ਹੁਣ ਇਹ ਅਮਰੀਕ ਹੈ ਉਹ ਵੀ ਮੇਰੇ ਕੋਲੋਂ ਪੜ੍ਹਿਆ ਕਰੂ, ਆ ਜਾ ਪੁੱਤਰਾ ਆ ਜਾ, ਮਾਸਟਰ ਨੇ ਕਿਹਾ। ਅਤੇ ਅਮਰੀਕ ਨੂੰ ਲੱਗਾ ਉਹਦਾ ਪਿਓ ਵਗਦੇ ਦਰਿਆ ਵਿੱਚ ਉਹਨੂੰ ਇਕੱਲਿਆਂ ਛੱਡ ਕੇ
ਪਰਲੇ ਬੰਨੇ 'ਤੇ ਖਲੋਤਾ ਹੱਸ ਰਿਹਾ ਸੀ। ਉਸਨੂੰ ਲੱਗਿਆ ਕਿ ਉਸਦਾ ਪਿਤਾ ਉਸਨੂੰ ਸਕੂਲ ਵਿੱਚ ਛੱਡ ਕੇ ਪਰਲੇ ਬੰਨੇ 'ਤੇ ਪਰਲੇ ਪਾਸੇ ਜਾ ਕੇ ਉਸਨੂੰ ਦੇਖ ਕੇ ਹੱਸ ਰਿਹਾ ਸੀ। ਕੱਕੀ ਕੱਕੀ ਦਾੜੀ ਅਤੇ ਨਿੱਕੀਆਂ ਨਿੱਕੀਆਂ ਮੁੱਛਾਂ, ਉਸਦੀ ਜੋ ਕਾਲੀ ਕਾਲੀ ਦਾੜੀ ਸੀ ਅਤੇ ਛੋਟੀਆਂ ਛੋਟੀਆਂ ਮੁੱਛਾਂ ਸਨ, ਜਿਸ ਨੂੰ ਕਦੀ ਉਹ ਬੜਾ ਪਿਆਰ ਕਰਦਾ ਸੀ, ਜਿਸ ਨੂੰ ਕਿ ਉਹ ਆਪਣਾ ਪਿਤਾ ਨੂੰ ਆਪਣੇ ਨੂੰ ਬਹੁਤ ਪਿਆਰ ਕਰਦਾ ਸੀ, ਜਿਹੜਾ ਅਜੇ ਵੀ ਛਾਲਾਂ ਮਾਰਦਾ ਸੀ ਅਤੇ ਸਾਰਿਆਂ ਤੋਂ ਅੱਗੇ ਡਿੱਗਦਾ ਸੀ ਅਤੇ ਫਿਰ ਹੋਰਨਾਂ ਨੂੰ ਹੱਸ ਕੇ ਕਹਿੰਦਾ ਸੀ, ਅਸੀਂ ਤਾਂ ਜੀ ਜੰਤ ਵਾਲੇ ਹੋ ਗਏ ਹਾਂ। ਅਤੇ ਉਹ ਛਾਲਾਂ ਮਾਰਦਾ ਸੀ ਅਤੇ ਬੱਚਿਆਂ ਨੂੰ ਕਹਿੰਦਾ, ਉਸਨੂੰ ਹੋਰਨਾਂ ਨੂੰ ਕਹਿੰਦਾ ਸੀ ਕਿ ਅਸੀਂ ਤਾਂ ਜੀਆ ਜੰਤ ਵਾਲੇ ਵੀ, ਅਸੀਂ ਤਾਂ ਬੱਚਿਆਂ ਵਾਲੇ ਹੋ ਗਏ ਹਾਂ। ਹੁਣ ਸਾਥੋਂ ਛਾਲਾਂ ਕਿੱਥੋਂ ਵੱਜਦੀਆਂ ਹਨ, ਬੁੱਢਿਆਂ ਬੰਦਿਆਂ ਤੋਂ। ਹੁਣ ਸਾਥੋਂ ਛਾਲਾਂ ਨਹੀਂ ਵੱਜਦੀਆਂ ਵੀ, ਅਸੀਂ ਬੁੱਢੇ ਹੋ ਗਏ ਹਾਂ। ਫਿਰ 6-7 ਸਾਲ ਦੇ ਅਮਰੀਕ ਦੀ ਪਿੱਠ ਥਾਪੜ ਕੇ ਆਖਦਾ, ਤੂੰ ਮਾਰਿਆ ਕਰ ਛਾਲਾਂ ਪੁੱਤਰਾ, ਹੁਣ ਸਾਡੀ ਥਾਂ ਬੁੱਢਿਆਂ ਬੰਦਿਆਂ ਦੀ ਹੈ। ਅਤੇ ਕਈ ਸਾਲ ਅਮਰੀਕ ਇਹ ਉਡੀਕਦਾ ਰਿਹਾ ਕਿ ਉਹਦਾ ਪਿਓ ਬੁੱਢਾ ਹੋਵੇ, ਉਹਦੀ ਦਾੜੀ ਵਿੱਚ ਧੌਲੇ ਆਉਣ, ਕਿਉਂਕਿ ਜਦੋਂ ਕੋਈ ਨਵਾਂ ਤਾਂ ਆਇਆ ਮਾਸਟਰ ਜਾਂ ਅਜਨਬੀ ਬੰਦਾ ਅਮਰੀਕ ਕੋਲੋਂ ਉਸਦੇ ਪਿਓ ਬਾਰੇ ਪੁੱਛਦਾ ਤਾਂ ਇਹੋ ਆਖਦਾ, ਉਹ ਤੇਰਾ ਵੱਡਾ ਭਰਾ ਹੈ। ਕਿਉਂਕਿ ਉਸਦਾ ਇੰਨਾ ਜਵਾਨ ਸੀ, ਉਸਨੇ ਇੰਨੀ ਐਸ਼ ਕੀਤੀ ਹੋਈ ਸੀ, ਆਪਣੇ ਆਪ ਨੂੰ ਬਣਾ ਠਣਾ ਕੇ ਰੱਖਦਾ ਸੀ ਕਿ ਉਹ ਬਿਲਕੁਲ ਹੀ ਉਸਦਾ ਅਮਰੀਕ ਦਾ ਵੱਡਾ ਭਰਾ ਲੱਗਦਾ ਸੀ। ਅਮਰੀਕ ਨੂੰ ਇਹ ਚੰਗਾ ਨਾ ਲੱਗਦਾ, ਉਹਦਾ ਪਿਓ ਕਿਉਂ ਨਹੀਂ ਲੱਗਦਾ। ਅਮਰੀਕ ਨੂੰ ਇਹ ਅੱਛਾ ਨਹੀਂ ਲੱਗਦਾ ਸੀ, ਉਸਨੂੰ ਲੱਗਦਾ ਸੀ ਕਿ ਜੋ ਮੇਰਾ ਪਿਓ ਹੈ ਉਹ ਉਸ ਤਰ੍ਹਾਂ ਹੀ ਲੱਗਣਾ ਚਾਹੀਦਾ ਹੈ ਜਿਵੇਂ ਕਿ ਦੂਜਿਆਂ ਦੇ ਪਿਓ ਹਨ। ਉਹ ਸੋਚਦਾ ਸਾਰੇ ਪਿਓਾਂ ਨੂੰ ਸਿਆਣੇ ਸਿਆਣੇ ਧੌਲੀ ਚਿੱਟੀ ਦਾੜੀ ਵਾਲੇ ਹੋਣਾ ਚਾਹੀਦਾ ਹੈ। ਅਤੇ ਛਾਲਾਂ ਮਾਰਦੇ ਅਮਰੀਕ ਦੇ ਪਿਓ ਨੂੰ ਕੋਈ ਬਜ਼ੁਰਗ ਹੱਸ ਕੇ ਕਹਿੰਦਾ, ਪੁੱਤਰਾ ਆਉਂਦੀਆਂ ਗੱਲਾਂ ਤੈਨੂੰ। ਅਤੇ ਉਸਨੂੰ ਜੋ ਅਮਰੀਕ ਦਾ ਪਿਓ ਸੀ ਕਰਤਾਰ ਸਿੰਘ ਨੂੰ, ਉਸਨੂੰ ਛਾਲਾਂ ਮਾਰਦੇ ਨੂੰ ਸਾਰੇ ਕਹਿੰਦੇ, ਤੈਨੂੰ ਗੱਲਾਂ ਆਉਂਦੀਆਂ ਨੇ, ਤੇਰੇ ਸਿੰਗਾਂ 'ਤੇ ਤੇਰੇ ਅਜੇ ਸਿੰਗਾਂ 'ਤੇ ਹੈ, ਜਦੋਂ ਸਿਰ 'ਤੇ ਪਈ ਫਿਰ ਦੇਖੀ ਕਿ ਤੈਨੇ ਜੋ ਪਰਿਵਾਰ ਦਾ ਜੋ ਖਰਚ ਹੈ ਜਾਂ ਪਰਿਵਾਰ ਦੀ ਜੋ ਜ਼ਿੰਮੇਵਾਰੀ ਹੈ ਉਹ ਹਜੇ ਤੇਰੇ ਸਿਰ 'ਤੇ ਨਹੀਂ ਪਈ, ਹਜੇ ਤੇਰੇ ਸਿੰਗਾਂ 'ਤੇ ਹੈ। ਜਦੋਂ ਤੇਰੇ ਸਿਰ 'ਤੇ ਪਏਗੀ ਫਿਰ ਵੇਖੀ। ਦੇ ਸੀਸਾਂ ਪਿਓ ਦੇ ਸਿਰ ਨੂੰ, ਕਿ ਤੂੰ ਆਪਣੇ ਪਿਤਾ ਨੂੰ ਅਸੀਸ ਦੇ, ਜਿਹੜਾ ਸਿੰਗਾਪੁਰੋਂ 4 ਪੈਸੇ ਘੱਲੀ ਜਾਂਦਾ ਹੈ। ਕਿ ਜੋ ਉਸਦਾ ਦਾਦਾ ਸੀ ਅਮਰੀਕ ਦਾ ਅਤੇ ਕਰਤਾਰ ਦਾ ਪਿਓ ਸਿੰਗਾਪੁਰ ਵਿੱਚੋਂ ਪੈਸੇ ਭੇਜਦਾ ਸੀ, ਜਿਸ ਦੇ ਸਿਰ 'ਤੇ ਜੋ ਅਮਰੀਕ ਦਾ ਪਿਤਾ ਸੀ ਕਰਤਾਰ ਸਿੰਘ, ਉਹ ਐਸ਼ ਕਰ ਰਿਹਾ ਸੀ ਅਤੇ ਉਹ ਸੱਚੀ ਪਿਓ ਦੇ ਸਿਰ 'ਤੇ ਐਸ਼ ਲੈਂਦਾ ਰਿਹਾ ਸੀ। ਜ਼ਮੀਨ ਹਿੱਸੇ ਦੀ ਠੇਕੇ 'ਤੇ ਛੱਡਦਾ ਅਤੇ ਆਪ ਪਿੰਡ ਦੀਆਂ ਢਾਣੀਆਂ ਵਿੱਚ 2 ਘੋੜਾ ਬੋਸਕੀ ਦੀ ਲਿਸ਼ਕਦੀ ਕਮੀਜ਼ ਪਾਈ ਅਤੇ ਉਹ ਜੋ ਜ਼ਮੀਨ ਸੀ ਉਹਨੂੰ ਠੇਕੇ 'ਤੇ ਦੇ ਦਿੰਦਾ, ਆਪ ਕੰਮ ਨਹੀਂ ਕਰਦਾ ਸੀ, ਠੇਕੇ 'ਤੇ ਦੇ ਦਿੰਦਾ। ਅਤੇ ਜੋ ਪਿੰਡ ਦੀਆਂ ਢਾਣੀਆਂ ਉਸਨੇ ਲੜਕਿਆਂ ਦੀਆਂ ਜਾਂ ਬੰਦਿਆਂ ਦੀਆਂ ਟੋਲੀਆਂ ਬਣਾਈਆਂ ਹੋਈਆਂ ਸਨ, ਉਹਨਾਂ ਵਿੱਚ ਬੈਠਦਾ ਸੀ। ਅਤੇ 2 ਘੋੜਾ ਬੋਸਕੀ, ਉਸ ਟਾਈਮ ਵਿੱਚ 2 ਘੋੜਾ ਬੋਸਕੀ ਇੱਕ ਕੱਪੜੇ ਦਾ ਨਾਂ ਹੈ ਬੋਸਕੀ, ਉਸਦੀ ਲਿਸ਼ਕਦੀ ਹੋਈ, ਉਸਦੀ ਚਮਕਦੀ ਹੋਈ ਕਮੀਜ਼ ਪਾਈ ਹੋਈ ਅਤੇ ਸਿਰ 'ਤੇ ਗਾਜਰੀ ਪੱਗ ਬੰਨ੍ਹੀ ਫਿਰਦਾ ਰਹਿੰਦਾ ਸੀ। ਉਹ ਐਸ਼ ਕਰਦਾ ਸੀ ਜੋ ਕਰਤਾਰ ਸਿੰਘ ਸੀ ਆਪਣੇ ਪਿਤਾ ਦੇ ਸਿਰ 'ਤੇ, ਕਿਉਂਕਿ ਉਸਦਾ ਪਿਤਾ ਸਿੰਗਾਪੁਰ ਵਿੱਚ ਕੰਮ ਕਰਕੇ ਉਸਨੂੰ ਪੈਸੇ ਭੇਜਦਾ ਸੀ। ਉਸਦੇ ਹੱਥਾਂ ਵਿੱਚ ਤੇਲ ਨਾਲ ਲਿਸ਼ਕਦੀ ਸੰਮਾਂ ਵਾਲੀ ਡਾਂਗ ਹੁੰਦੀ ਸੀ, ਉਸਦੇ ਹੱਥ ਵਿੱਚ ਤੇਲ ਲੱਗੀ ਹੋਈ ਸੰਮਾਂ ਵਾਲੀ ਡਾਂਗ ਹੁੰਦੀ ਸੀ। ਯਾਰ ਬੇਲੀ ਪੈਸੇ ਵਾਲਾ ਆਦਮੀ ਕਹਿ ਕੇ ਉਸ ਤੋਂ ਖਾਂਦੇ ਰਹਿੰਦੇ ਸਨ। ਜੋ ਯਾਰ ਬੇਲੀ ਸਨ ਉਹ ਉਸਨੂੰ ਪੈਸੇ ਵਾਲਾ ਕਹਿ ਕੇ ਉਸ ਤੋਂ ਖਾਂਦੇ ਰਹਿੰਦੇ ਸਨ, ਚਾਪਲੂਸੀ ਕਰਕੇ। ਅਮਰੀਕ ਨੂੰ ਯਾਦ ਸੀ ਉਸਦੇ ਪਿਓ ਨੇ ਨਿੱਕੇ ਨਿੱਕੇ ਕਈ ਸ਼ੁਗਲ ਪਾਲ ਰੱਖੇ ਸਨ, ਉਸਨੇ ਕਈ ਸ਼ੌਕ ਪਾਲ ਰੱਖੇ ਸਨ। ਛਾਲਾਂ ਮਾਰਨ, ਉਸਨੂੰ ਛਾਲਾਂ ਮਾਰਨ ਦਾ ਸ਼ੌਂਕ ਸੀ। ਛਾਲਾਂ ਮਾਰਨੀਆਂ ਉਹ ਜਿਸ ਤਰ੍ਹਾਂ ਛੱਪੜ ਵਿੱਚ ਜਾਂ ਨਦੀ ਵਿੱਚ ਛਾਲ ਮਾਰ ਦਿੰਦਾ ਸੀ ਵੀ ਜਿਸ ਤੋਂ ਜ਼ਿਆਦਾ ਲੰਬੀ ਛਾਲ ਮਾਰੇਗਾ ਉਹੀ ਜਿੱਤੇਗਾ। ਅਤੇ ਕੌਡੀਆਂ ਖੇਡਣ, ਬਿਨਾਂ ਉਸ ਨੇ ਵਧੀਆ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਸਨ। ਇਸ ਤੋਂ ਬਿਨਾਂ ਉਸਨੇ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਸਨ ਅਤੇ ਉਹ ਢਾਣੀਆਂ ਬੰਨ੍ਹ ਕੇ ਸ਼ਿਕਾਰ ਨੂੰ ਤੁਰਿਆ ਰਹਿੰਦਾ ਅਤੇ ਉਹ ਸ਼ਿਕਾਰ ਕਰਨ ਜਾਂਦਾ ਉਹਨਾਂ ਕੁੱਤਿਆਂ ਨੂੰ ਲੈ ਕੇ। ਢਾਣੀਆਂ ਬੰਨ੍ਹ ਕੇ ਮਤਲਬ ਟੋਲੀਆਂ ਬਣਾ ਕੇ। ਉਦੋਂ ਅਜੇ ਨਵੀਆਂ ਖਾਦਾਂ ਅਤੇ ਬੀਜ ਨਹੀਂ ਤੁਰੇ ਸਨ, ਉਦੋਂ ਇੰਨੇ ਖਾਦਾਂ ਅਤੇ ਬੀਜ ਨਹੀਂ ਸਨ ਆਏ, ਇਸ ਲਈ ਕਰਤਾਰ ਸਿੰਘ ਨੂੰ ਜ਼ਮੀਨ ਖਰੀਦਣ ਦਾ ਕੋਈ ਲਾਲਚ ਨਹੀਂ ਸੀ। ਉਸਨੂੰ ਕੋਈ ਲਾਲਚ ਨਹੀਂ ਸੀ ਕਿਉਂਕਿ ਉਸ ਤੋਂ ਇੰਨੀ ਆਮਦਨ ਨਹੀਂ ਸੀ, ਕਿਉਂਕਿ ਇਹ ਕੋਈ ਬਹੁਤੀ ਆਮਦਨ ਦਾ ਵਸੀਲਾ ਨਹੀਂ ਸੀ। ਸ਼ਾਇਦ ਉਂਝ ਵੀ ਬਹੁਤੀ ਆਮਦਨ ਕਮਾਉਣ ਵੱਲ ਉਸਦਾ ਰੁਝਾਨ ਵੀ ਨਹੀਂ ਸੀ। ਵੈਸੇ ਵੀ ਉਸਦੇ ਪਿਤਾ ਦਾ ਜੋ ਰੁਝਾਨ ਸੀ ਉਹ ਜ਼ਿਆਦਾ ਪੈਸਾ ਕਮਾਉਣ ਵੱਲ ਹੈ ਹੀ ਨਹੀਂ ਸੀ। ਇੰਝ ਪਿਓ ਵੱਲੋਂ ਭੇਜੇ ਪੈਸੇ ਉਹ ਗੁਰਛੱਲਿਆਂ ਵਿੱਚ ਹੀ ਉਡਾ ਦਿੰਦਾ ਸੀ, ਆਪਣੀਆਂ ਅਯਾਸ਼ੀਆਂ ਵਿੱਚ ਉਡਾ ਦਿੰਦਾ ਸੀ।
ਪਰ ਪਿੰਡ ਵਿੱਚ ਉਸ ਦੀ ਇੱਜ਼ਤ ਬਣੀ ਹੋਈ ਸੀ, ਪਿੰਡ ਵਿੱਚ ਉਸ ਦੀ ਇੱਜ਼ਤ ਬਣੀ ਹੋਈ ਸੀ ਵਧੀਆ ਖਿਡਾਰੀ ਹੋਣ ਕਰਕੇ, ਚਿੱਟੇ ਕੱਪੜਿਆਂ ਕਰਕੇ, ਪੈਸੇ ਵਾਲੇ ਦਾ ਪੁੱਤ ਕਰਕੇ ਅਤੇ 4 ਬੰਦੇ ਡਾਂਗਾ ਫੜ ਕੇ ਤੁਰਨ ਵਾਲੇ ਨਾਲ ਹੋਣ ਕਰਕੇ, ਅਤੇ ਉਸ ਦੇ ਨਾਲ 4 ਬੰਦੇ ਰਹਿੰਦੇ ਸਨ ਖਾਣ ਪੀਣ ਵਾਲੇ ਹੋਣ ਕਰਕੇ। ਅਮਰੀਕ ਪਿਓ ਦੇ ਨਾਲ ਨਾਲ ਫਿਰਦਾ ਤਾਂ ਉਹਦੇ ਪਿਓ ਦੇ ਯਾਰ ਉਹਨੂੰ ਲੜਾਉਂਦੇ ਰਹਿੰਦੇ, ਉਸਦੇ ਜੋ ਪਿਤਾ ਦੇ ਯਾਰ ਸੀ ਉਸਨੂੰ ਲੜਾਉਂਦੇ ਰਹਿੰਦੇ, ਮਤਲਬ ਉਸਨੂੰ ਪਿਆਰ ਕਰਦੇ। ਬੇਟਾ ਨੈਕਸਟ ਪਾਰਟ ਅਸੀਂ ਕਰਾਂਗੇ ਅਗਲੀ ਵੀਡੀਓ ਵਿੱਚ, ਅੱਗੇ ਦਾ ਜੋ ਲੈਸਨ ਹੈ।